ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪੱਟੀ ਸਾਹਿਬ ਜੀ ਤੁਹਾਡਾ ਬਹੁਤ ਨਿੱਘਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਤੇ ਪੁੱਛਣਾ ਚਾਹਾਂਗੀ ਜੀ, ਅਕਾਲੀ ਦਲ ਨੂੰ ਪੰਜਾਬ ਵਿਧਾਨ ਸਭਾ ਦੀ ਜਿਹੜੀ ਹੋਈ ਹਾਰ ਹੋਈ ਹੈ, ਉਹ ਤੋਂ ਬਾਅਦ ਦਿੱਲੀ ਦੇ ਵਿੱਚ ਹੋਰ ਝਟਕਾ ਪੈ ਗਿਆ, ਉਹ ਕੀ ਹੈਗਾ ਜੀ? ਜਿਹੜੇ ਅਕਾਲੀ ਦਲ ਆ ਜੀ, ਇਹਦੀ ਜਿਹੜੀ ਬੁਨਿਆਦ ਸੀ ਇਹ 14 ਦਸੰਬਰ 1920 ਨੂੰ ਰੱਖੀ ਗਈ। ਅਕਾਲ ਤਖਤ ਤੇ ਬਕਾਇਦਾ ਤੌਰ ਤੇ ਅਰਦਾਸ ਕਰਕੇ ਇਹਦੀ ਬੁਨਿਆਦ ਰੱਖੀ ਗਈ ਤੇ ਬੁਨਿਆਦ ਰੱਖਣ ਤੋਂ ਬਾਅਦ ਅਕਾਲੀ ਦਲ ਨੇ ਬੜਾ ਸੰਘਰਸ਼ ਕੀਤਾ। ਜਿੰਨੇ ਮਹੰਤਾਂ ਤੋਂ ਗੁਰਦੁਆਰੇ ਸੀ ਉਹ ਛਡਵਾ ਕੇ ਤੇ ਐਸਜੀਪੀਸੀ ਦੇ ਹੈਂਡਓਵਰ ਕੀਤੇ। ਲੇਕਿਨ 1935-36 ਦੇ ਵਿੱਚ ਇਹਨਾਂ ਸੋਚਿਆ ਕਿ ਸਾਨੂੰ ਸੱਤਾ ਵੀ ਚਾਹੀਦੀ। ਅਕਾਲੀ ਦਲ ਰਜਿਸਟਰ ਕਰਾਇਆ ਗਿਆ ਤੇ 1937 ਦੇ ਵਿੱਚ ਪਹਿਲੀ ਚੋਣ ਲੜੀ ਤੇ ਮੇਰੇ ਖਿਆਲ ਉਦੋਂ ਸ਼ਾਇਦ 11 ਕਿ 12 ਸੀਟਾਂ ਆ ਗਈਆਂ ਸੀ। 18 ਕੀ ਪੰਜਾਬ ਦੇ ਮੈਨੂੰ, ਲੇਕਿਨ ਉਸ ਤੋਂ ਬਾਅਦ ਇਹ ਸਫ਼ਰ ਚੱਲਦਾ ਗਿਆ ਜੀ। ਅਕਾਲੀ ਦਲ ਨੇ ਜੋ ਕੁਝ ਪ੍ਰਾਪਤ ਕੀਤਾ ਹੁਣ ਤੱਕ ਸੰਘਰਸ਼ ਤੋਂ ਪ੍ਰਾਪਤ ਕੀਤਾ ਵਾ। ਤੇ 1970 ਦੇ ਵਿੱਚ ਬਕਾਇਦਾ ਤੌਰ ਤੇ ਦਿੱਲੀ ਕਮੇਟੀ ਬਣਾਉਣ ਲਈ ਇਹਨਾਂ ਨੂੰ 9 ਮਹੀਨੇ ਸੰਘਰਸ਼ ਕਰਨਾ ਪਿਆ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜਸਦਰ ਗੁਰਚਰਨ ਸਿੰਘ ਟੌਹੜਾ, ਤਲਵੰਡੀ ਸਾਰੇ ਲੀਡਰ ਜ਼ਿਲ੍ਹਾ 'ਚ ਬੈਠੇ ਸੀ। ਉਧਰੋਂ ਜੰਗ ਲੱਗ ਗਈ 1971 ਵਾਲੀ। ਜੰਗ ਲੱਗਣ ਤੋਂ ਬਾਅਦ ਜਿਹੜੇ 96,000 ਕੈਦੀ ਫੜੇ ਸੀਗੇ ਉਹ ਵੱਖ-ਵੱਖ ਜ਼ਿਲ੍ਹਾ 'ਚ ਰੱਖਣੇ ਸੀਗੇ ਤੇ ਜੇਲ੍ਹਾਂ ਤੇ ਕਾਲੀਆਂ ਨੇ ਭਰੀਆਂ ਸੀਗੀਆਂ ਜੀ। ਮੁੜ ਕੇ ਇਹਨਾਂ ਨੇ ਇੰਦਰਾ ਗਾਂਧੀ ਨੇ ਮੰਨ ਲਿਆ ਵੀ ਮੈਂ ਦਿੱਲੀ ਕਮੇਟੀ ਬਣਾ ਦਿੰਦੀ ਆ ਤੇ ਤੁਸੀਂ ਜਿਹੜੇ ਸੀ ਆਪਣੇ ਮੋਰਚਾ ਵਾਪਸ ਲੈ ਲਓ। ਤੇ ਫਿਰ ਉਹਦੇ ਕਹਿਣ ਤੇ ਮੋਰਚਾ ਵਾਪਸ ਲਿਆ ਸੀ ਤੇ 1970 ਦੇ ਵਿੱਚ ਐਕਟ ਬਣਿਆ ਸੀ ਤੇ 1975 ਦੇ ਵਿੱਚ ਲਾਗੂ ਹੋਇਆ ਸੀ। ਸਿਸਟਮ ਚੱਲਦਾ ਗਿਆ। ਪਹਿਲੀ ਇਲੈਕਸ਼ਨ 79 ਤੋਂ ਬਾਅਦ 79 ਇਲੈਕਸ਼ਨ ਹੋਈ, ਮੁੜ ਕੇ 96 ਚ ਹੋਈ, 96 ਤੋਂ ਬਾਅਦ 2002 ਚ ਹੋਈ, ਫਿਰ 2008 ਚ ਹੋਈ। ਇਸ ਤੋਂ ਚੱਲਦਾ ਰਿਹਾ ਸਿਸਟਮ। ਅਕਾਲੀ ਦਲ ਮਜ਼ਬੂਤ ਰਿਹਾ। ਦੇਖੋ 2002 ਦੇ ਵਿੱਚ ਸਰਨਾ ਸਾਹਿਬ ਅਕਾਲੀ ਦਲ ਤੋਂ ਅਲੱਗ ਹੋ ਗਏ, ਉਹਨਾਂ ਆਪਣਾ ਵੱਖਰਾ ਅਕਾਲੀ ਦਲ ਬਣਾ ਲਿਆ ਜੀ। ਤੇ ਹੁਣ ਅਕਾਲੀ ਦਲ ਦੀ ਹਾਲਤ ਇਹ ਆ ਵੀ ਜਿੱਥੇ ਜਿੱਥੇ ਅਕਾਲੀ ਦਲ ਅਜੇ ਜਿਹੜੀ ਆ ਪੰਜਾਬ ਵਿਧਾਨ ਸਭਾ ਦੇ ਜੀ ਹਾਰ ਦੇ ਵਿਧਾਨ ਸਭਾ ਜੋ ਹੋਈ ਹਾਰ ਤੇ ਸਦਮੇ ਚ ਬਾਹਰ ਆਇਆ ਨਹੀਂ ਸੀ ਕਿ ਦਿੱਲੀ ਕਮੇਟੀ ਝਗੜਿਆ ਜਿਹੜਾ ਸੀ ਖੰਡਾ ਖੜਕਾਤਾ ਜੀ। ਹਰਮੀਤ ਸਿੰਘ ਕਾਲਕਾ ਦਿੱਲੀ ਕਮੇਟੀ ਦੇ ਖੰਡਾ ਖੜਕਾਤਾ ਤੇ ਖੰਡਾ ਖੜਕਾਉਣ ਤੋਂ ਬਾਅਦ ਉਹਨਾਂ ਨੇ ਬਕਾਇਦਾ ਤੌਰ ਤੇ ਇੱਕ ਵੱਖਰਾ ਅਕਾਲੀ ਦਲ ਖੜਾ ਕਰ ਦਿੱਤਾ ਇਹਨਾਂ ਦੇ ਬਰਾਬਰ ਜੀ। ਹੁਣ ਜਿਹੜਾ ਵੱਖਰਾ ਅਕਾਲੀ ਦਲ ਖੜਾ ਕਰ ਦਿੱਤਾ, ਭਾਵੇਂ ਕਿ ਇਹਨਾਂ ਨੇ ਇੱਕ ਡਰਾਮਾ ਕੀਤਾ ਕਿ ਅਸੀਂ ਉਹਨੂੰ ਆਪਣੀ ਪਾਰਟੀ ਚੋਂ ਕੱਢਤਾ, ਮੈਂ ਸਵਾਲ ਕਰਤਾ ਢੀਂਗ ਕਰਤਾ, ਲੇਕਿਨ ਉਹ ਪਹਿਲਾਂ ਹੀ ਆਪਣਾ ਜਿਹੜਾ ਸੀ ਕਪਾਲੀ ਪੱਖ ਜੀ ਮਿਸਟਰ ਚੱਡਾ ਨੂੰ ਪ੍ਰਧਾਨ ਬਣਾਇਆ ਗਿਆ। ਹਰਮੀਤ ਸਿੰਘ ਕਾਲਕਾ ਚੀਫ ਪੈਟਰਨ ਤੇ ਭਜਨ ਸਿੰਘ ਵਾਲੀਆ ਪੈਟਰਨ ਬਣਾ ਦਿੱਤੇ ਗਏ ਨੇ ਤੇ ਇੱਕ ਅਕਾਲੀ ਦਲ ਹੋਰ ਆ ਗਿਆ, ਇੱਕ ਫੱਟਾ ਹੋਰ ਲੱਗਿਆ ਅਕਾਲੀ ਦਲ ਦਾ। ਅਕਾਲੀ ਦਲ ਤੱਕ ਵੀ ਬਹੁਤ ਨੇ। ਮੇਰੇ ਖਿਆਲ ਸ਼ਾਇਦ 1985-86 ਦੀ ਗੱਲ ਹੈ, 86 ਦੀ ਸਾਰੇ ਅਕਾਲੀ ਦਲ ਇਕੱਠੇ ਹੋਏ ਤੇ ਬਾਬਾ ਜੋਗਿੰਦਰ ਸਿੰਘ ਕੋਲ ਚਲੇ ਗਏ। ਉਹਨੂੰ ਕਹਿਣ ਲੱਗੇ ਜੀ ਵੇਖੋ ਅਕਾਲੀ ਦਲ ਬੜੇ ਬਣ ਗਏ ਤੇ ਤੁਸੀਂ ਵੀ ਹਿੰਮਤ ਕਰੋ ਵੀ ਇੱਕ ਅਕਾਲੀ ਦਲ ਬਣਾ ਦਿਓ। ਉਹ ਕਹਿੰਦਾ ਸਾਰੇ ਜਿਹੜੇ ਅਕਾਲੀ ਦਲ ਦੇ ਭਰਾਵਾਂ ਨੂੰ ਮੈਨੂੰ ਅਸਤੀਫੇ ਸੌਂਪ ਦੇ ਜੀ। ਉਹਨਾਂ ਜ਼ਿਲ੍ਹਾ 'ਚ ਬਾਬਾ ਜੋਗਿੰਦਰ ਸਿੰਘ ਜਿਹੜੇ ਫਾਦਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਚੰਗਾ ਰੋਹ ਬਰਾਬ ਸੀ ਉਹਨਾਂ ਦਾ, ਉਹਨਾਂ ਨੇ ਬਕਾਇਦਾ ਤੌਰ ਤੇ ਸਾਰੇ ਅਕਾਲੀ ਦਲ ਭੰਗ ਕੀਤੇ ਤੇ ਯੂਨਾਈਟਿਡ ਅਕਾਲੀ ਦਲ ਬਣ ਕੇ ਆਪ ਪ੍ਰਧਾਨ ਬਣ ਗਏ ਤੇ ਇਹਨੂੰ ਮੈਂ ਚਲਾਊਂਗਾ ਜੀ। ਚਲੋ ਠੀਕ, ਉਹ ਵੀ ਕੰਮ ਚੱਲਦਾ ਰਿਹਾ। ਲੇਕਿਨ ਹੁਣ ਦਿੱਲੀ ਦੇ ਵਿੱਚ ਜਿਹੜੀ ਸੱਟ ਵੱਜੀ ਆ ਅਕਾਲੀ ਦਲ ਬਾਦਲ ਨੂੰ, ਉਹ ਦੋਹਰੀ ਸੱਟ ਵੱਜੀ ਪੰਜਾਬ ਤੋਂ ਬਾਅਦ ਤੇ ਇੱਕ ਨਵਾਂ ਅਕਾਲੀ ਦਲ ਹੋਣ ਦੇ ਵਿੱਚ ਹੋਰ ਆ ਗਿਆ ਜੀ। ਹੁਣ ਆਉਣ ਵਾਲੇ ਦਿਨਾਂ 'ਚ ਵੇਖੋ ਵੀ ਇਹ ਅਕਾਲੀ ਦਲ ਕਿੰਨਾ ਸਫਲ ਹੁੰਦਾ, ਕਿ ਅਸਫਲ ਹੁੰਦਾ ਵਾ, ਕੀ ਬਣਦਾ ਕੀ ਨਹੀਂ ਬਣਦਾ, ਇਹ ਤੇ ਭਿੱਖ ਦੀ ਬੁੱਕ ਚੁੱਕਿਆ ਜੀ 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 ਜੀ। ਔਰ ਖਬਰਾਂ ਵਿੱਚ ਇਹ ਵੀ ਹੈਗਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਮੰਗਿਆ ਕੇਜਰੀਵਾਲ ਤੋਂ ਪਾਣੀ। ਹੁਣ ਪਾਣੀ ਦਾ ਜਿਹੜਾ ਆਣਾ ਜਾਣਾ ਮੰਗ ਹੋ ਰਹੀ ਹੈ, ਤੁਹਾਨੂੰ ਕੀ ਲੱਗਦਾ ਹੈ ਕਿਸ ਡਾਇਰੈਕਸ਼ਨ ਦੇ ਵਿੱਚ ਖਬਰ ਜਾਏਗੀ? ਵੇਖੋ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਆ ਉਹ ਅਕਸਰ ਹੀ ਇਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ ਕਿ ਸਾਨੂੰ ਪਾਣੀ ਦਿਓ। ਉਹਨਾਂ ਕੇਜਰੀਵਾਲ ਨੂੰ ਇੰਨੀ ਗੱਲ ਕਹੀ, ਭਾਈ ਹੁਣ ਸਾਨੂੰ ਇਸ ਵਾਰੀ ਪਾਣੀ ਤੂੰ ਲੈ ਕੇ ਦੇਵੇਂਗਾ ਤੇ ਜਦੋਂ ਦੇਵਾਂਗੇ ਜੀ। ਤੇ ਦਿੱਲੀ ਨੂੰ ਪਾਣੀ ਜਿਹੜਾ ਵਾ ਸਾਡੇ ਤੋਂ ਪੰਜਾਬ ਤੋਂ ਪਾਣੀ ਫ੍ਰੀ ਲਿਆ ਜਾਂਦਾ ਵਾ। ਪੰਜਾਬ ਕੋ ਫ੍ਰੀ ਲੈ ਕੇ ਹਰਿਆਣਾ ਸਰਕਾਰ ਬਕਾਇਦਾ ਤੌਰ ਤੇ ਦਿੱਲੀ ਨੂੰ ਪਾਣੀ ਮੁੱਲ ਵੇਚਦੀ ਹੈ।
ਇਸ ਤੋਂ ਪਹਿਲਾਂ ਇੱਕ ਵਾਰੀ ਰਾਇਲਟੀ ਦੇਣ ਦੀ ਗੱਲ ਕੀਤੀ ਸੀ ਕੇਜਰੀਵਾਲ ਨੇ ਕਿ ਅਸੀਂ ਰਾਇਲਟੀ ਦੇਵਾਂਗੇ, ਲੇਕਿਨ ਰਾਇਲਟੀ ਤੇ ਕੀ ਦੇਣੀ ਸੀ, ਉਲਟਾ ਮੁੜ ਕੇ ਪੁੱਛਿਆ ਤੱਕ ਨਹੀਂ ਜੀ। ਹੁਣ ਖਤਰਾ ਇਹ ਮੰਡਰਾਉਂਦਾ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਕਹਿ ਦਿੱਤਾ ਵਾ ਖੱਟਰ ਸਾਹਿਬ ਨੇ, ਭਾਈ ਤੁਸੀਂ ਪਾਣੀ ਸਾਨੂੰ ਲੈ ਕੇ ਦਿਓ ਪੰਜਾਬ ਤੋਂ, ਤੁਸੀਂ ਹਰਿਆਣੇ ਨੂੰ ਪਾਣੀ ਦੇਵਾਂਗੇ, ਉਹਦੇ ਤੇ ਕੇਜਰੀਵਾਲ ਸਾਹਿਬ ਕੀ ਜਵਾਬ ਦਿੰਦੇ। ਤੇ ਨਾਲ ਜਿਵੇਂ ਅਸੀਂ ਇੰਨੀ ਗੱਲ ਕਹਿੰਦੇ ਆ ਵੀ ਪੰਜਾਬ ਦੀ ਤੁਲਨਾ ਦਿੱਲੀ ਨਾਲ ਨਹੀਂ ਕੀਤੀ ਜਾ ਸਕਦੀ, ਉਸੇ ਤਰ੍ਹਾਂ ਖੱਟਰ ਸਾਹਿਬ ਨੇ ਇੰਨੀ ਗੱਲ ਕਹੀ ਆ ਕਿ ਹਰਿਆਣੇ ਦੀ ਤੁਲਨਾ ਦਿੱਲੀ ਨਹੀਂ ਕੀਤੀ ਜਾ ਸਕਦੀ। ਹਰਿਆਣੇ ਦੇ ਵਿੱਚ, ਦਿੱਲੀ ਦੇ ਵਿੱਚ 1100 ਸਕੂਲ ਨੇ, ਹਰਿਆਣੇ ਦੇ ਵਿੱਚ 16 ਸਕੂਲ ਨੇ ਜੀ, ਇਸ ਕਰਕੇ ਤੁਲਨਾ ਨਹੀਂ ਕੀਤੀ ਜਾ ਸਕਦੀ। ਤੇ ਮੈਂ ਇਹ ਵੀ ਦੱਸ ਦਿਆਂ ਕਿ ਪੰਜਾਬ ਦੇ ਵਿੱਚ 19 ਕੇ 20,000 ਸਕੂਲ ਨੇ, ਇਸ ਕਰਕੇ ਜੇ ਇਹ ਕਹਿਣ ਕਿ ਅਸੀਂ ਦਿੱਲੀ ਨਾਲ ਤੁਲਨਾ ਪੰਜਾਬ ਦੀ ਕਰ ਲਈਏ ਉਹ ਬੜੀ ਮੁਸ਼ਕਲ ਹੈ। ਤੇ ਹੁਣ ਖੰਡਾ ਖੜਕਾਤਾ ਵਾ ਖੱਟਰ ਸਾਹਿਬ ਨੇ ਜੀ, ਜਿਹੜਾ ਇੱਕ ਬੋਤਲ 'ਚ ਭੂਤ ਪਿਆ ਸੀਗਾ ਐਸਆਈਐਲ ਦਾ, ਉਹਨੂੰ ਫਿਰ ਛੇੜਤਾ ਤੇ ਉਹਨੇ ਚੀਕਾਂ ਮਾਰੀ ਸ਼ੁਰੂ ਕਰ ਦਿੱਤੀਆਂ ਵੀ ਐਸਆਈਐਲ ਦਾ ਪਾਣੀ ਸਾਨੂੰ ਦਿਓ ਜੀ। ਅਗਲਾ ਹੁਣ ਸਰਕਾਰ ਕੀ ਕਰਦੀ ਕੀ ਨਹੀਂ ਕਰਦੀ ਇਹ ਨਹੀਂ ਪਤਾ। ਦੂਸਰੇ ਪਾਸੇ ਕੱਲ ਭਗਵੰਤ ਮਾਨ ਨੂੰ ਹੋਲੀ ਦੇ ਦਿਨ ਦੇ ਸੱਦੇ ਦਿੱਤੇ, ਹੋਲੀ ਦਾ ਤਿਉਹਾਰ ਮਨਾਉਣ ਲਈ ਬਕਾਇਦਾ ਤੌਰ ਤੇ ਖੱਟਰ ਸਾਹਿਬ ਨੇ ਬੁਲਾਇਆ, ਉੱਥੇ ਰਾਜਪਾਲ ਵੀ ਸਨ ਤੇ ਖੱਟਰ ਸਾਹਿਬ ਨੇ ਬਕਾਇਦਾ ਤੌਰ ਤੇ ਇਹਨਾਂ ਨੂੰ ਟਿੱਕਾ ਲਾਇਆ, ਹੋਲੀ ਦਾ ਰੰਗ ਦਾ ਟਿੱਕਾ ਲਾ ਕੇ ਵਧਾਈ ਵੀ ਦਿੱਤੀ, ਸਵਾਗਤ ਵੀ ਕੀਤਾ ਤੇ ਨਾਲ ਇੱਕ ਖਰੀਆਂ ਸੁਣਾਤੀਆਂ ਪਾਈ ਸਾਡਾ ਹੱਕ ਬਣਦਾ ਐਸਆਈਐਲ ਤੇ ਸਾਨੂੰ ਪਾਣੀ ਦਿੱਤਾ ਜਾਵੇ, ਕਿ ਪਾਣੀ ਦਿਓਗੇ ਤੇ ਦਿੱਲੀ ਬਚੂਗੀ, ਜੇ ਪਾਣੀ ਨਹੀਂ ਦਿਓਗੇ ਦਿੱਲੀ ਕਿੱਥੋਂ ਬਚੂਗੀ। ਜੀ 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 ਜੀ। ਪੱਚੀ ਸਾਹਿਬ ਜੀ, ਦ ਕਸ਼ਮੀਰ ਫਾਈਲਸ ਪਿਕਚਰ ਦੀ ਬਹੁਤ ਚਰਚਾ ਹੋ ਰਹੀ ਹੈ ਔਰ ਇਸ ਚਰਚਾ ਤੋਂ ਬਾਅਦ ਜਿਹੜੇ ਹੈਗੇ ਨੇ ਵੱਖ-ਵੱਖ ਜਿਹੜੀ ਕਮਿਊਨਿਟੀਜ਼ ਹੈਗੀਆਂ ਨੇ ਉਹ ਵੀ ਸਪੈਸ਼ਲੀ ਮੈਂਬਰ ਆਫ ਪਾਰਲੀਮੈਂਟ ਵੀ ਬੋਲ ਰਹੇ ਨੇ ਕਿ ਦੂਜੇ ਡਾਇਰੈਕਸ਼ਨ ਦੇ ਵਿੱਚ ਹੋਰ ਵੀ ਫਿਲਮਾਂ ਇਸ ਟਾਈਪ ਦੀ ਬਣਨਾ ਚਾਹੀਦੀਆਂ ਨੇ। ਕੀ ਕਹਿ ਰਹੇ ਨੇ ਬਾਕੀ ਲੋਕ? ਦੇਖੋ ਜੀ, ਕਸ਼ਮੀਰ ਫਾਈਲ ਭਾਵੇਂ ਜੇ ਵੱਖ-ਵੱਖ ਸਿਨੇਮਾ 'ਚ ਨਹੀਂ ਲੱਗੀ, ਲੇਕਿਨ ਜਿੱਥੇ ਕਿਤੇ ਵੀ ਲੱਗੀ ਹੈ ਲੋਕ ਦੂਰੋਂ ਆ ਕੇ ਵੇਖ ਰਹੇ ਨੇ। ਇਹਦੇ ਵਿੱਚ ਪਿਛਲੇ ਸਮੇਂ ਦੀ ਉਹ ਤਰਾਸਦੀ ਦਿਖਾਈ ਗਈ ਆ ਵੀ ਜਿਹਦੇ ਵਿੱਚ ਉੱਥੋਂ ਕਸ਼ਮੀਰੀ ਪੰਡਤ ਉੱਥੋਂ ਦੇ ਅੱਤਵਾਦੀਆਂ ਤੋਂ ਡਰਦੇ ਮਾਰੇ ਕਿਵੇਂ ਛੱਡ ਕੇ ਭੱਜੇ। ਕਸ਼ਮੀਰ ਖਾਲੀ ਕਰਤਾ ਸੀ ਉਹਨਾਂ ਨੇ। ਸਭ ਤੋਂ ਵਧੀਆ ਕਸ਼ਮੀਰ ਸੀ ਜਿੱਥੇ ਹਰ ਜਾਤ ਦੇ, ਹਰ ਵਰਗ ਦੇ, ਹਰ ਕਿਸਮ ਦੇ ਲੋਕ ਵਸਦੇ ਸੀਗੇ। ਹਿੰਦੂ ਵੀ ਵਸਦੇ ਸੀ, ਈਸਾਈ ਵੀ ਵਸਦੇ ਸੀ, ਮੁਸਲਮਾਨ ਵੀ ਵਸਦੇ ਸੀ, ਸਿੱਖ ਵੀ ਵੱਡੀ ਗਿਣਤੀ 'ਚ ਵਸਦੇ ਸੀ ਜੀ। ਅੱਜ ਵੀ ਸਿੱਖਾਂ ਦਾ ਉੱਥੋਂ ਦੀ ਟਰਾਂਸਪੋਰਟ ਤੇ ਪੂਰਾ ਕਬਜ਼ਾ ਵਾ। ਸਿੱਖ ਉੱਥੇ ਨੌਕਰੀਆਂ ਨਹੀਂ ਕਰਦੇ, ਦੁਕਾਨ ਕਰਦੇ ਜਾਂ ਟਰਾਂਸਪੋਰਟ ਦਾ ਕੰਮ ਕਰਦੇ ਨੇ। ਤੇ ਜਿਹੜੀ ਉਹ ਤਰਾਸਦੀ ਬਣੀ ਸੀ, ਜਿਹੜੇ ਨੌਜਵਾਨ ਸੀ ਉੱਥੋਂ ਦੇ ਕਬਰਾਂ ਦੇ ਵਿੱਚ ਚਲੇ ਗਏ ਤੇ ਹਿੰਦੂ ਜਿਹੜੇ ਸੀ ਉੱਥੋਂ ਹਿਜਰਤ ਕਰਕੇ ਜਿਹੜਾ ਸੀ ਉਹ ਵੱਖ-ਵੱਖ ਦੇਸ਼ ਦੇ ਪਾਸੇ ਚਲੇ ਗਏ। ਉਹਦੇ ਤੇ ਫਿਲਮ ਬਣੀ ਆ ਕਿ ਦੀ ਕਸ਼ਮੀਰ ਫਾਈਲਸ। ਅੱਛਾ ਜੀ। ਉਹ ਕਾਫੀ ਦਰਦਨਾਕ ਫਿਲਮ ਆ। ਹੁਣ ਇਹ ਮੰਗ ਉੱਠਣ ਲੱਗੀ ਆ ਕਿ ਮਨਜਿੰਦਰ ਸਿੰਘ ਸਿਰਸਾ ਨੇ ਇਹ ਮੰਗ ਕੀਤੀ, ਸਾਡੇ ਜਿਹੜੇ ਹੈਗੇ ਨਿਰਮਾਤਾ, ਫਿਲਮ ਨਿਰਮਾਤਾ, ਉਹਨਾਂ ਨੂੰ ਕਹਿਤਾ ਵੀ ਜੇ ਤੁਸੀਂ ਇਹ ਕੰਮ ਕਰ ਸਕਦੇ ਸਾਡਾ ਵੀ ਕੰਮ ਕਰ ਦਿਓ। 1984 ਨਵੰਬਰ 1984 ਜੋ ਕੁਝ ਸਿੱਖਾਂ ਨਾਲ ਹੋਇਆ ਉਹਦੇ ਤੇ ਇੱਕ 1984 ਫਾਈਲ ਫਿਲਮ ਬਣਾ ਦੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਹੜੀ ਸਰਕਾਰ ਨੇ ਤੇ ਕਿਹਨੇ ਸਭ ਕੁਝ ਕੀਤਾ ਸੀਗਾ। ਲੇਕਿਨ ਮਨਜਿੰਦਰ ਸਿੰਘ ਸਿਰਸਾ ਇਹ ਭੁੱਲ ਰਿਹਾ ਵੀ ਉਹਦੇ ਵਿੱਚ ਇਕੱਲੇ ਕਾਂਗਰਸੀ ਨਹੀਂ, ਉਹਦੇ ਵਿੱਚ ਆਰਐਸ ਦੇ ਵਰਕੇ ਵੀ ਸ਼ਾਮਲ ਸੀਗੇ ਜਿਨ੍ਹਾਂ ਦੀ ਬਾਅਦ ਸ਼ਨਾਖਤ ਵੀ ਬਕਾਇਦਾ ਤੌਰ ਤੇ ਸੀ। ਇਹ ਬੰਦੇ ਉਹਨਾਂ ਜੀ। ਦੂਸਰੇ ਪਾਸੇ ਜਿਹੜੇ ਸਾਡੇ ਅਖਿਲੇਸ਼ ਯਾਦਵ ਨੇ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਯੂਪੀ ਦੇ, ਉਹਨਾਂ ਨੇ ਕਿਹਾ ਵੀ ਜਿਹੜੀ ਦੀ ਕਸ਼ਮੀਰ ਫਾਈਲ ਫਿਲਮ ਬਣਾਈ ਅਸੀਂ ਇਹਦਾ ਸਵਾਗਤ ਕਰਦੇ ਹਾਂ, ਪਰ ਨਾਲ ਇਹਦੇ ਇੱਕ ਅਸੀਂ ਮੰਗ ਵੀ ਕਰਦੇ ਹਾਂ ਵੀ ਲਖੀਮਪੁਰ ਫਾਈਲ ਬਣਾਈ ਜਾਵੇ। ਕਿ ਇਹ ਘੱਟ ਨਹੀਂ, ਇਹ ਵੀ ਸਾਰਾ ਸੀਨ ਉਹੀ ਮੰਜ਼ਰ ਪੇਸ਼ ਕੀਤਾ ਗਿਆ ਸੀ ਜਿਸ ਤਰ੍ਹਾਂ ਉੱਥੇ ਲੋਕ ਮਰਦੇ ਸੀ, ਇੱਥੇ ਮਰਦੇ ਸੀ, ਜਿਸ ਤਰ੍ਹਾਂ ਉੱਥੇ ਤੰਕੁਤ ਫਲਾਇਆ ਸੀ ਇੱਥੇ ਵੀ ਤੰਕੁਤ ਫਲਾਇਆ ਗਿਆ। ਤੇ ਨਾਲੇ ਪਤਾ ਲੱਗ ਜਾਏਗਾ ਵੀ ਸਾਡੀ ਸਰਕਾਰ ਕਿੱਥੇ ਖੜੀ ਹੈ ਤੇ ਮੰਤਰੀ ਕਿੱਥੇ ਖੜਾ ਤੇ ਉਹਦਾ ਮੁੰਡਾ ਕਿੱਥੇ ਖੜਾ ਵਾ। ਇਹ ਫਿਲਮ ਹੀ ਬਣਾਈ ਜਾਵੇ। ਇਹ ਫਿਲਮਾਂ ਬਣ ਗਿਆ ਕਿ ਨਹੀਂ ਬਣ ਗਿਆ ਇਹ ਤੇ ਪਤਾ ਨਹੀਂ, ਲੇਕਿਨ ਕਸ਼ਮੀਰ ਫਾਈਲ ਦੀ ਕਾਫੀ ਚਰਚਾ ਵਾ। ਆਉਣ ਵਾਲੇ ਦਿਨਾਂ 'ਚ ਹੋਰ ਚਰਚਾ ਹੋਏਗੀ। ਉੱਥੋਂ ਦੇ ਨੌਜਵਾਨ ਮਹਿਸੂਸ ਕਰਦੇ ਕਿ ਜਿਹੜਾ ਪਿਛਲਾ ਮਾਹੌਲ ਸੀਗਾ ਠੀਕ ਆ, ਨੌਜਵਾਨ ਹੀ ਗੁੰਮਰਾਹ ਹੋਏ ਸੀਗੇ। ਇਸ ਕਰਕੇ ਅਸੀਂ ਜਿਹੜੇ ਹਿੰਦੂ ਵੀਰ ਨੇ ਉਹਨਾਂ ਨੂੰ ਖੁੱਲਾ ਸੱਦਾ ਦਿੰਦੇ ਕਿ ਉਹ ਆ ਕੇ ਆਪਣੀਆਂ ਜਾਇਦਾਦਾਂ ਸਮਾਨ ਇੱਥੇ ਵਾਪਸ ਮੋੜਨ ਤੇ ਆਪਣਾ ਕਾਰੋਬਾਰ ਕਰਨ। ਕਸ਼ਮੀਰ ਜਿਹਨੂੰ ਕਿਹਾ ਜਾਂਦਾ ਸੀ ਇਹ ਜੰਨਤ ਆ, ਧਰਤੀ ਦੀ ਜੰਨਤ ਆ। ਉਸ ਜੰਨਤ ਨੂੰ ਜਿਹੜਾ ਸੀ ਇਹਨਾਂ ਨੇ ਜਿਹੜਾ ਸੀ ਉਹ ਨਰਕਾਂ ਦਾ ਬਣਾਤਾ ਸੀ ਪਿੱਛੇ ਜੇ। ਲੇਕਿਨ ਹੁਣ ਸੁਧਾਰ ਹੋ ਰਿਹਾ ਵਾ
ਸਾਡੇ ਸ਼ਾਹ ਜੀ ਨੇ ਕਹਿਤਾ ਕਿ ਅਸੀਂ ਸਾਰੇ ਹਿੰਦੂ ਵੀਰਾਂ ਤੋਂ ਕਹਿੰਦੇ ਵੀ ਜਿਹੜੇ ਜਿਹੜੇ ਬੰਦੇ ਉੱਥੇ ਵਾਪਸ ਵਿਜ਼ਿਟ ਕਰਕੇ ਆਏ ਉਹ ਵਾਪਸ ਚਲੇ ਜਾਣ, ਉਹਨਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦਿੱਤੀ ਜਾਊਗੀ। ਜੀ ਜੀ ਜੀ। ਔਰ ਬੜੀ ਇੱਕ ਇੰਟਰਸਟਿੰਗ ਖਬਰ ਹੈ ਜੀ ਕਿ ਪੰਜਾਬ ਦੇ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦੇ ਨਾਮ ਤੇ ਕੁਝ ਖਲਬਲੀ ਮਚੀ ਹੋਈ ਹੈ, ਇਹ ਕੀ ਚਰਚਾ ਚੱਲ ਰਹੀ ਹੈ ਜੀ? ਬਕਾਇਦਾ ਤੌਰ ਤੇ ਵੇਖੋ, ਅਸੀਂ ਸਾਡੀਆਂ ਜਿਹੜੀਆਂ ਚਾਹ ਕੰਪਨੀਆਂ ਨੇ ਉਹ ਯੂਕਰੇਨ ਤੇ ਰਸ਼ੀਆ ਨੂੰ ਚਾਹ ਸਪਲਾਈ ਕਰਦੀਆਂ ਨੇ ਜੀ, ਵੱਡੀ ਮਾਤਰਾ ਸਪਲਾਈ ਕਰਦੀਆਂ ਨੇ, ਤੇ ਯੂਕਰੇਨ ਨੂੰ ਸਪਲਾਈ ਕਰਦੀ ਤੇ ਸਾਡੀ ਇੱਕ ਜਿਹੜੀ ਚਾਹ ਕੰਪਨੀ ਬਕਾਇਦਾ ਤੌਰ ਤੇ ਹੈਗੀ ਆ ਆਸਾਮ ਦੀ, ਉਹਦਾ ਨਾਮ ਸਟਾਰਟਅਪ ਕੰਪਨੀ ਆ ਉਰਮਿਕਾ ਟੀ। ਅੱਛਾ। CTC ਟੀ ਬਣਾਉਂਦੇ ਤੇ ਉਹਨਾਂ ਨੇ ਇੰਨੀ ਗੱਲ ਕਹੀ ਹੈ ਕਿ ਜਿਹੜੀ ਬਹਾਦਰੀ ਉੱਥੋਂ ਦੀ ਜਨਸੰਖਿਆ ਦੀ, ਉਹਦੀ ਬਹਾਦਰੀ ਨੂੰ ਵੇਖ ਕੇ, ਉਹਦੀ ਆਪਣੀ ਦ੍ਰਿੜਤਾ ਨੂੰ ਵੇਖ ਕੇ ਅਸੀਂ ਇੱਕ ਜਿਹੜੀ ਇੱਕ ਚਾਹ ਪੱਤੀ ਬਣਾਈ, ਉਹਦਾ ਨਾਂ ਹੀ ਜਨਸੰਖਿਆ ਰੱਖ ਦਿੱਤਾ ਗਿਆ। ਅੱਛਾ ਜੀ। ਉਹਦਾ ਕੱਲ ਜਿਹੜਾ ਬੁੱਧਵਾਰ ਨੂੰ ਅਸੀਂ ਲਾਂਚ ਕਰ ਦਿੱਤੀ ਗਈ ਆ, ਉਹ ਤੁਹਾਨੂੰ ਮਾਰਕੀਟ ਵਿੱਚ ਮਿਲੇਗੀ ਤੇ ਇਹਦੇ ਜਿਹੜੇ ਬੜੇ ਵੱਡੇ ਪੈਕਟ ਬਣਾ ਕੇ ਜਿਹੜੇ ਅਸੀਂ ਚਾਹ ਸਪਲਾਈ ਕਰਦੇ ਹੁਣ ਉਹਨਾਂ ਨੂੰ ਇਹ ਸਪਲਾਈ ਕੀਤੀ ਜਾਊਗੀ। ਚਲੋ ਚੰਗੀ ਗੱਲ, ਕਿਸੇ ਦੀ ਬਹਾਦਰੀ ਦੀ ਕਦਰ ਕਰਨੀ ਚਾਹੀਦੀ ਹੈ। ਪਿਛਲੇ ਸਮੇਂ ਮੁਗਲਾਂ ਦਾ ਟਾਕਰਾ ਕਰਨਾ ਸਾਡੇ ਲਈ ਬੜਾ ਔਖਾ ਸੀ ਸਿੱਖਾਂ ਦਾ। ਇੱਕ ਸਿੰਘ ਵੀ ਜਾ ਕੇ ਜਿਹੜੇ ਸੀ ਉਹਨਾਂ ਦੇ ਹਜ਼ਾਰ ਬੰਦੇ ਦਾ ਲੜਾਈ ਕਰਦਾ ਹੋਇਆ ਸ਼ਹੀਦ ਹੋ ਜਾਂਦਾ ਸੀਗਾ। ਉਸੇ ਤਾਂ ਜਲਨਸਿਕ ਦੀ ਸਥਿਤੀ ਬਣੀ ਪਈ ਆ ਜੀ। ਇੱਕ ਛੋਟਾ ਜਿਹਾ ਚਿੜੀ ਦੇ ਰਸ਼ੀਆ ਦੇ ਮੁਕਾਬਲੇ ਚਿੜੀ ਦੇ ਪਹੁੰਚ ਜਿੰਨਾ ਛੋਟਾ ਦੇਸ਼ ਆ, ਉਸ ਦੇਸ਼ ਉੱਤੇ ਜਿੰਨੀ ਭੀੜ ਬਣੀ ਆ, ਜੋ ਕੁਝ ਉਹਦੇ ਖੰਡਰ ਬਣਾ ਦਿੱਤਾ ਜਾ ਰਿਹਾ ਵਾ ਜੀ, ਉਹਦੀ ਲੜਾਈ ਬੰਦ ਹੋਣੀ ਚਾਹੀਦੀ। ਲੇਕਿਨ ਇਹਨਾਂ ਨੇ ਸਾਡੀ ਚਾਹ ਕੰਪਨੀ ਦੀ ਬਹਾਦਰੀ ਦੀ ਕਦਰ ਜ਼ਰੂਰ ਕੀਤੀ ਹੈ ਜੀ, ਪਰ ਇੰਨੀ ਗੱਲ ਕੀਤੀ ਰਸ਼ੀਆ ਨਾ ਚਾਹ ਭੇਜ ਦਿਓ, ਤੁਹਾਡੀ ਵਾਪਸ ਪੈਕਟ ਉੱਦਾਂ ਹੀ ਆ ਜਾਣੇ ਉੱਥੋਂ। ਰਸ਼ੀਆ ਵਾਲੇ ਕਿਵੇਂ ਬਰਦਾਸ਼ਤ ਕਰਨਗੇ ਵੀ ਤੁਸੀਂ ਉਹਦੀ ਬਹਾਦਰੀ ਦੀ ਤਾਰੀਫ ਕਰੋ। ਦੂਸਰੀ ਚੀਜ਼ ਮੈਂ ਕਹਿ ਦਿਆਂ, ਜਿਹੜੀ ਸਾਡੀ ਇੰਡੀਆ ਦੀ ਕਣਕ, ਖਾਸ ਕਰਕੇ ਪੰਜਾਬ ਦੀ ਕਣਕ ਜਿਹੜੀ ਆ, ਉਹ ਵਿਦੇਸ਼ਾਂ ਦੀ ਕਾਫੀ ਪਸੰਦ ਕੀਤੀ ਜਾ ਰਹੀ ਜੀ। ਪਾਕਿਸਤਾਨ ਦੀ ਕਣਕ ਪਸੰਦ ਨਹੀਂ ਕੀਤੀ, ਲੇਕਿਨ ਸਾਡੀ ਕਣਕ ਪਸੰਦ ਕੀਤੀ ਜਾ ਰਹੀ ਆ। ਰਸ਼ੀਆ ਪਹਿਲੇ ਨੰਬਰ ਦਾ ਮੁਲਕ ਕਣਕ ਸਪਲਾਈ ਕਰਦਾ ਸੀ, ਦੂਸਰੇ ਦੇ ਯੂਕਰੇਨ ਤੇ ਤੀਜੇ ਤੇ ਇੰਡੀਆ ਸੀਗਾ। ਉੱਥੇ ਉਹ ਲੜਾਈ ਹੁਣ ਲੱਗਣ ਕਰਕੇ ਜਿਹੜਾ ਸੀ ਮਾਮਲਾ ਠੱਪ ਹੋਇਆ ਤੇ ਇਸ ਵੇਲੇ ਮੌਕਾ ਮਿਲਿਆ ਵਾ ਇੰਡੀਆ ਨੂੰ ਕਿ ਜਿੰਨੇ ਵੀ ਤੁਹਾਡੇ ਕੋਲ ਕਣਕ ਪਈ ਆ ਉਹ ਸਾਰੀ ਤੁਸੀਂ ਸਪਲਾਈ ਕਰ ਦਿਓ। ਤੇ 2 ਵਾਰੀ ਜਿਹੜੀ ਹੁਣ ਤੱਕ ਅਫਗਾਨਿਸਤਾਨ ਨੂੰ ਭੇਜ ਦਿੱਤੀ ਗਈ ਆ, ਉਹ ਕਣਕ ਵੀ ਜਿਹੜੀ ਆ ਉਹ ਕਾਫੀ ਵਧੀਆ ਸੀ ਤੇ ਇਸੇ ਤਰ੍ਹਾਂ ਚਾਹ ਪੱਤੀ ਜਿਹੜੀ ਜਾਊਗੀ ਉਹ ਵੀ ਮੈਂ ਮਹਿਸੂਸ ਕਰਦਾ ਵੀ ਬਾਕੀ ਦੇ ਮੁਕਾਬਲੇ ਕਾਫੀ ਵਧੀਆ ਹੋਊਗੀ ਜੀ। ਔਰ ਪੱਟੀ ਸਾਹਿਬ ਜੀ, ਅਕਸਰ ਖਬਰਾਂ 'ਚ ਇਹ ਆਉਂਦਾ ਕਿ ਜਦੋਂ ਲੰਡਨ ਔਰ ਬ੍ਰਿਟੇਨ ਵਗੈਰਾ ਦੀ ਕੰਟਰੀਜ਼ ਦੀ ਗੱਲ ਕਰਦੇ ਆ ਉਦੋਂ ਦੇ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ ਉਹ ਸਾਈਕਲ ਦਾ ਬੜਾ ਇਸਤੇਮਾਲ ਕਰਦੇ ਨੇ। ਸਾਈਕਲ ਦੀ ਕੋਈ ਚਰਚਾ ਭਾਰਤ ਦੇ ਵਿੱਚ ਵੀ ਸ਼ੁਰੂ ਹੋ ਗਈ ਹੈ ਜੀ, ਉਹ ਕੀ ਹੈਗਾ ਜੀ? ਨਾਭਾ ਤੋਂ ਇੱਕ ਆਮ ਆਦਮੀ ਪਾਰਟੀ ਦਾ ਦੇਵ ਜਿਹੜਾ ਨਾ, ਦੇਵ ਮਾਨ ਜੀ, ਉਹ ਉਮੀਦਵਾਰ ਜਿੱਤਿਆ ਵਾ। ਕਾਕਾ ਰਣਦੀਪ ਸਿੰਘ ਕਾਂਗਰਸ ਨੂੰ ਹਰਾ ਕੇ ਤੇ ਇੱਕ ਅਕਾਲੀ ਦਲ ਦਾ ਪਤਾ ਨਹੀਂ ਕਿਹੜਾ ਖੜਾ ਸੀ। ਅੱਛਾ। ਹੁਣ ਦੇਵ ਮਾਨ ਨੇ ਕੀ ਕੀਤਾ ਕਿ ਕੱਲ ਜਦੋਂ ਉਹ ਵਿਧਾਨ ਸਭਾ ਸਹੁੰ ਚੁੱਕਣ ਗਿਆ ਤੇ ਉਹ ਨਾਭਾ ਤੋਂ 90 ਕਿਲੋਮੀਟਰ ਸਾਈਕਲ ਚਲਾ ਕੇ ਵਿਧਾਨ ਸਭਾ ਚ ਪਹੁੰਚਿਆ। ਔਰ ਉਸ ਵਿਅਕਤੀ ਨੇ ਆਪਣਾ ਪ੍ਰਚਾਰ ਵੀ ਸਾਰਾ ਜਿਹੜਾ ਵਾ ਉਹ ਸਾਈਕਲ ਤੇ ਕੀਤਾ ਵਾ ਜੀ। ਇਸ ਵਾਰੀ ਇਸ ਗੱਲ ਦੀ ਖੁਸ਼ੀ ਹੈ ਵੀ ਜਿਹੜੇ ਨੌਜਵਾਨ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਆਏ ਨੇ ਵਿਧਾਨ ਸਭਾ ਦੇ ਵਿੱਚ। ਦੇਖਿਆ ਕਾਸ਼ ਸ਼ਾਇਦ ਉਮੀਦਵਾਰ ਨੇ ਜਿਹੜੇ ਉਹਨਾਂ ਦੀ ਗਿਣਤੀ ਜਿਹੜੀ ਉਹਨਾਂ ਦੀ 50 ਸਾਲ ਤੋਂ ਘੱਟ ਉਮਰ ਹੈਗੀ ਜੀ। ਜੇ ਨੌਜਵਾਨ ਆਏ ਤੇ ਨੌਜਵਾਨਾਂ ਤੋਂ ਆਪਾਂ ਕੋਈ ਆਸ ਵੀ ਰੱਖ ਸਕਦੇ ਜੀ। ਜਿਹੜੀਆਂ ਬੀਬੀਆਂ ਉੱਥੇ ਗਈਆਂ 12-13, ਉਹਨਾਂ ਦੇ ਵਿੱਚੋਂ ਇੱਕ ਅਨਮੋਲ ਗਗਨ ਨੂੰ ਛੱਡ ਕੇ ਬਾਕੀ ਸਾਰੀਆਂ ਗ੍ਰੈਜੂਏਟ ਤੇ ਕੋਈ ਪੋਸਟ ਗ੍ਰੈਜੂਏਟ ਆ। ਅਨਮੋਲ ਗਗਨ ਜਿਹੜੀ ਜ਼ਰੂਰ +2 ਹੈਗੀ ਆ ਜੀ, +2 ਕੀਤੀ, ਬਾਕੀ ਸਾਰੀਆਂ ਚੰਗੀਆਂ ਪੜ੍ਹੀਆਂ ਲਿਖੀਆਂ ਨੇ। ਇਸ ਕਰਕੇ ਦੇਵ ਮਾਨ ਬਕਾਇਦਾ ਤੌਰ ਤੇ ਆਪਣੇ ਸਾਈਕਲ ਤੇ ਉੱਥੇ ਗਿਆ। ਭਾਵੇਂ ਕਹਿ ਸਕਦੇ ਅਸੀਂ ਵੀ ਚਲੋ ਇੱਕ ਸਿੰਬੋਲਿਕ ਸੀਗਾ ਵੀ ਉਹ ਗਿਆ, ਪਹਿਲੀ ਵਾਰ ਉੱਥੇ ਗਿਆ ਵਾ, ਲੇਕਿਨ ਸਵਾਲ ਇਹ ਪੈਦਾ ਹੁੰਦਾ ਵੀ ਉਹਨੇ ਆਪਣਾ ਜਿਹੜਾ ਵਾ ਪ੍ਰਚਾਰ ਵੀ ਉਹਦੇ ਤੇ ਕੀਤਾ। ਜਿਹੜੀ ਨਰਿੰਦਰ ਭਰਾਜ ਹੈਗੀ ਸੰਗਰੂਰ ਤੋਂ, ਸਾਡੀ ਇੱਕ ਬੀਬੀ ਹੈਗੀ 27 ਸਾਲ ਦੀ, ਜਿੱਤੀ ਆਮ ਆਦਮੀ ਪਾਰਟੀ ਦੀ ਉਮੀਦਵਾਰ, ਉਹ ਆਪਣੇ ਸਕੂਟਰ ਤੇ ਕਾਗਜ਼ ਦਾਖਲ ਕਰਨ ਗਈ ਸੀ। ਉਹ ਵੀ ਪ੍ਰਚਾਰ ਸਕੂਟਰ ਤੇ ਕਰਦੀ ਰਹੀ, ਉਹਦੀ ਕੋਈ ਐਕਟਿਵਾ ਹੈਗੀ ਹੈ। ਇਸ ਕਰਕੇ ਸਿੰਬੋਲਿਕ ਠੀਕ ਆ, ਉਹ ਸਾਈਕਲ ਇੱਕ ਵਧੀਆ ਸਵਾਰੀ ਆ, ਸਿਹਤਮੰਦ ਸਵਾਰੀ ਆ। ਸਿਹਤ ਨੂੰ ਠੀਕ ਰੱਖਣ ਸਾਈਕਲ ਦੀ ਵਰਤੋਂ ਆਮ ਕੀਤੀ ਜਾਂਦੀ ਹੈ ਤੇ ਮਾਨ ਸਾਹਿਬ ਨੇ ਚੰਗਾ ਕੀਤਾ, ਜਾ ਕੇ ਰਿਕਾਰਡ ਪੇਸ਼ ਕੀਤਾ ਤੇ ਬਾਕੀਆਂ ਨੂੰ ਕਿਹਾ ਭਾਈ ਜੇ ਸਿਹਤ ਵੀ ਠੀਕ ਰੱਖਣੀ ਹੈ ਤੇ ਬੱਚਤ ਵੀ ਕਰਨੀ ਹੈ ਤੇ ਫਿਰ ਸਾਈਕਲ ਫੜ ਲਓ, ਸਾਈਕਲ ਤੇ ਆ ਜਾਇਆ ਕਰੋ ਜੀ। ਜੀ ਪੱਟੀ ਸਾਹਿਬ ਜੀ, ਸੁਣਿਆ ਜਾ ਕਿ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਿਹੜੇ ਹੈਗੇ ਨੇ ਕਾਫੀ ਘਟਨਾਵਾਂ ਹੋ ਰਹੀਆਂ ਨੇ, ਉਸ ਦੇ ਤਹਿਤ ਕਿਹੜੇ ਐਕਸ਼ਨ ਲਿੱਤੇ ਜਾ ਰਹੇ ਨੇ ਜੀ?
ਵੇਖੋ ਜਿਹੜੀ ਦਰਬਾਰ ਸਾਹਿਬ 'ਚ ਘਟਨਾ ਵਾਪਰੀ ਦੀ ਗੱਲ ਤੁਸੀਂ ਕਰ ਰਹੇ ਹੋ ਜੀ, ਉਹ ਬਕਾਇਦਾ ਤੌਰ ਤੇ ਪ੍ਰਵਾਸੀ ਇੱਕ ਔਰਤ ਸੀਗੀ, ਬਜ਼ੁਰਗ ਜੀ, ਨਾਲ ਉਹਦੀ ਇੱਕ ਬੇਟੀ ਸੀ, ਨਾਲ ਬੇਟਾ ਸੀਗਾ। ਉਹ ਕਿਤੇ ਦਰਬਾਰ ਸਾਹਿਬ ਕੰਪਲੈਕਸ 'ਚ ਆਏ ਤੇ ਰਾਤ ਨੂੰ ਪਰਿਕਰਮਾ 'ਚ ਠਹਿਰੇ ਜੀ। ਜਿਹੜੀ ਉਹ ਬੀਬੀ ਸੀ, ਮਾਈ ਸੀਗੀ, ਉਹਨੂੰ ਸਿਗਰਟ ਪੀਂਦੇ, ਬੀੜੀ ਪੀਣ ਦੀ ਆਦਤ ਸੀ ਜੀ। ਹੁਣ ਉਹਨੂੰ ਇਹ ਜਾਣਕਾਰੀ ਨਹੀਂ ਪਈ ਤੇ ਬੀੜੀ ਪੀ ਸਕਦੇ ਨੇ, ਪੀ ਸਕਦੇ। ਉਹ ਪਰਿਕਰਮਾ ਦੇ ਵਿੱਚ ਬਰਾਂਡੇ ਤੇ ਰਾਤ ਨੂੰ ਸੁੱਤੇ ਪਏ ਨੇ, ਸੁੱਤੇ ਪਿੱਛੇ ਉਹ ਤਲ ਲੱਗੀ ਤੇ ਉਹਨੇ ਜਿਹੜੀ ਸੀ ਬੀੜੀ ਕੱਢ ਕੇ ਪੀਣੀ ਸ਼ੁਰੂ ਕੀਤੀ ਤੇ ਸੇਵਾਦਾਰ ਨੇ ਆ ਕੇ ਰੋਕਿਆ ਤੇ ਫੜ ਲਿਆ ਤੇ ਬੀੜੀ ਉਸ ਤੋਂ ਬਾਅਦ ਛੱਡ ਦਿੱਤੀ ਜੀ। ਚਾਹੀਦਾ ਸੀ ਉਹਨੂੰ ਸਮਝਾਇਆ ਜਾਂਦਾ, ਉਹਨੂੰ ਸਮਝਾਇਆ ਜਾਂਦਾ ਤੇ ਬਹੁਤ ਚੰਗੀ ਗੱਲ ਸੀਗੀ। ਲੇਕਿਨ ਸਮਝਾਉਣ ਦੀ ਬਜਾਏ ਕੁਝ ਲੁੱਟਰ ਬੰਦੇ ਆਏ, ਉਹਨਾਂ ਉਸ ਬਜ਼ੁਰਗ ਔਰਤ ਦੀ ਚੰਗੀ ਕੁੱਟਮਾਰ ਕੀਤੀ ਜੀ। ਉਹ ਚੀਕਾਂ ਮਾਰੇ, ਰੋਵੇ। ਮੈਨੂੰ ਦੱਸੋ ਮੈਂ ਗੁਨਾਹ ਕੀ ਕੀਤਾ? ਮੈਨੂੰ ਪਤਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਉਹ ਹਿੰਦੀ ਬੋਲ ਰਹੀ ਹੈ, ਤੁਸੀਂ ਨਾ ਪੰਜਾਬੀ ਬੋਲ ਰਹੇ ਜੀ। ਉਹਨੂੰ ਘੱਟੋ ਘੱਟ ਹਿੰਦੀ ਸਮਝਾਓ ਵੀ ਤੁਸੀਂ ਕਹਿਣਾ ਕੀ ਚਾਹੁੰਦੇ। ਪਹਿਲਾਂ ਉਹਨਾਂ ਨੇ ਕੁੱਟਮਾਰ ਕੀਤੀ, ਉਹਦੇ ਬੱਚਿਆਂ ਦੀ ਕੀਤੀ, ਮੁੜ ਕੇ 50 ਨੰਬਰ 'ਚ ਖੜ ਕੇ ਅੰਦਰ ਬੂਹਾ ਬੰਦ ਕਰ ਕੀ ਕੀਤਾ ਜੀ, ਕੋਈ ਜਾਣਕਾਰੀ ਨਹੀਂ। ਉਸੇ ਵੇਲੇ ਰਾਤ ਹੀ ਉਹਨੂੰ ਪੁਲਿਸ ਨੂੰ ਦੇ ਦਿੱਤਾ ਗਿਆ। ਪੁਲਿਸ ਨੇ ਆਪਣੇ ਥਾਣੇ ਲੈ ਗਈ। ਥਾਣੇ ਖੜਨ ਤੋਂ ਬਾਅਦ ਜਿਹੜਾ ਸੀ ਅਗਲੇ ਦਿਨ ਉਹਨਾਂ ਨੇ ਵੈਰੀਫਾਈ ਕਰਕੇ ਉਹਦਾ ਐਡਰੈਸ ਨੋਟ ਕਰਕੇ ਸਭ ਕੁਝ ਕਰਕੇ ਉਹਨੂੰ ਛੱਡ ਦਿੱਤਾ ਜੀ। ਬਾਅਦ ਦੇ ਵਿੱਚ ਅਖਬਾਰਾਂ 'ਚ ਖਬਰਾਂ ਛਪੀਆਂ ਵੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਿਹੜਾ ਪ੍ਰਬੰਧ ਠੀਕ ਨਹੀਂ। ਪਹਿਲੀ ਘਟਨਾ ਤੁਸੀਂ ਵੇਖੋ ਨਾ, ਇੱਕ ਵਿਅਕਤੀ ਜਿਹੜਾ ਜੰਗਲਾ ਟੱਪ ਕੇ ਜਿਹੜਾ ਅੰਦਰ ਹਰਿਮੰਦਰ ਸਾਹਿਬ ਦੇ ਅੰਦਰ ਜਿਹੜਾ ਸੀ ਗੁਰੂ ਸਾਹਿਬ ਦੀ ਬੇਇੱਜ਼ਤੀ ਕਰਨ ਚਲਾ ਗਿਆ, ਜਿਹੜਾ ਮੁੜ ਕੇ ਕੁੱਟ ਕੇ ਮਾਰ ਦਿੱਤਾ ਗਿਆ। ਉਸ ਤੋਂ ਪਹਿਲਾਂ ਵੀ ਇੱਕ ਵਿਅਕਤੀ ਜਿਹੜਾ ਸੀ ਇਸੇ ਤਰ੍ਹਾਂ ਅੰਦਰ ਚਲੇ ਗਿਆ ਸੀ ਤੇ ਉਹਨੇ ਜਾ ਕੇ ਬੇਅਦਬੀ ਜਾ ਕੇ ਪੀੜਾ ਸਾਹਿਬ ਦੇ ਬੈਠ ਗਿਆ ਸੀਗਾ। ਇਸ ਕਰਕੇ ਉਹ ਜਿਹੀ ਘਟਨਾਵਾਂ ਨੂੰ ਰੋਕਣ ਲਈ ਉਪਰਾਲੇ ਕਰਨੇ ਐਸਜੀਪੀਸੀ ਤੇ ਸ਼ਾਇਦ ਵਾਸਤਾ ਰੋਕ ਨਹੀਂ ਗਾ। ਇੱਕ ਵਿਅਕਤੀ ਆਇਆ ਤੇ ਉਹਨੇ ਆ ਕੇ ਸਰੋਵਰ 'ਚ ਗੁੱਟ ਕੇ ਸੁੱਟ ਦਿੱਤੇ। ਇਹੋ ਜਿਹੀਆਂ ਘਟਨਾਵਾਂ ਕਈ ਵਾਪਰ ਰਹੀਆਂ ਨੇ। ਸਿਰਫ ਨਲਾਇਕੀ ਹੈ ਪ੍ਰਬੰਧ ਦੀ। ਲੋਕਾਂ ਨੂੰ ਅਸੀਂ ਦੱਸ ਹੀ ਨਹੀਂ ਸਕਦੇ ਕਿ ਇੱਥੋਂ ਦੀ ਹਿਸਟਰੀ ਕੀ ਹੈ, ਇੱਥੋਂ ਦੀ ਮਰਿਆਦਾ ਕੀ ਹੈ, ਇੱਥੋਂ ਦੇ ਨਿਯਮ ਕੀ ਹੈ ਜੀ। ਜੇ ਦੱਸਣਾ ਨਹੀਂ ਤਾਂ ਇੰਨੀ ਫੌਜ ਰੱਖੀ ਕਾਹਦੇ ਵਾਸਤੇ ਉੱਥੇ? ਕਰਨੈਲ ਸਿੰਘ ਪੰਜੋਲੀ ਜਿਹੜੇ ਦਰਬਾਰ ਸਾਹਿਬ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਨਰਲ ਸੈਕਟਰੀ ਆ, ਸ਼ਾਇਦ ਪ੍ਰਧਾਨ ਉਹਨਾਂ ਦੀ ਗੱਲ ਨਹੀਂ ਸੁਣ ਰਿਹਾ ਜੀ, ਜਿਹਦੇ ਕਰਕੇ ਹੁਣ ਉਹਨਾਂ ਨੂੰ ਅਖਬਾਰਾਂ ਜਾਣਾ ਪਿਆ ਵੀ ਜਿਹੜੇ ਇੱਥੇ ਮੈਨੇਜਰ ਲਾਇਆ ਗੁਰਿੰਦਰ ਸਿੰਘ ਮਥਰੇਵਾਲ, ਜਿਹੜਾ ਆਪਣੇ ਆਪ ਨੂੰ ਬੜਾ ਤਗੜਾ, ਮੈਂ ਕੀ ਕਹਾਂ ਉਹਦੇ ਬਾਰੇ ਕਿਹੜੇ ਲਫ਼ਜ਼ ਵਰਤਾਂ ਜੀ, ਇੱਕ ਇਹ ਤੇ ਇੱਕ ਉਹਦਾ ਚਾਚੇ ਦਾ ਤਾਏ ਦੇ ਪੁੱਤ ਨਰਿੰਦਰ ਸਿੰਘ ਮਥਰੇਵਾਲ ਜੀ, ਇਹ ਦੋਵੇਂ ਇਕੱਠੇ ਇੱਕ ਮੀਤ ਮੈਨੇਜਰ ਤੇ ਇੱਕ ਮੈਨੇਜਰ ਲਾਏ ਦਰਬਾਰ ਸਾਹਿਬ ਦੇ ਵਿੱਚ। ਇਹ ਪ੍ਰਬੰਧ ਕਰਨ ਬਿਲਕੁਲ ਨਾਕਾਮ ਰਹੇ ਤੇ ਇਹਨਾਂ ਦੀ ਇਮੀਡੀਏਟਲੀ ਬਦਲੀ ਕੀਤੀ ਜਾਵੇ ਤੇ ਇਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਜੀ। ਹੁਣ ਇਹ ਮਾਮਲਾ ਚਲੇ ਗਿਆ ਫਲਾਈਂਗ ਸਕੁਐਡ ਕੋਲੇ। ਫਲਾਈਂਗ ਸਕੁਐਡ ਜਿਹੜੀ ਹੈ ਗਲਤੀ ਕਿਤੇ ਇਹ ਹੋਈ ਕਿ ਨਹੀਂ ਹੋਊਗੀ, ਉਹ ਸਾਰਿਆਂ ਨੂੰ ਖਿੱਚੀ ਫਿਰਦੀ ਹੈ ਵੀ ਜਵਾਬ ਕੇ ਬਿਆਨ ਦਿਓ ਜੀ, ਬਿਆਨ ਦਿਓ ਜੀ, ਬਿਆਨ ਵਿੱਚ ਕਾਹਦੇ ਦੇਣੇ ਆ ਜੀ? ਤੁਸੀਂ ਕਿਹੜੀ ਤਲਾਸ਼ੀ ਲੈ ਕੇ ਬੀਬੀ ਅੰਦਰ ਜਾਣ ਦਿੱਤਾ ਵਾ? ਤਲਾਸ਼ੀ ਲਈ ਵੀ ਨਹੀਂ ਜੇ ਸਾਰੇ ਸੰਧਾਨੋਂ ਨਹੀਂ ਜਾ ਸਕਦੀ, ਇੰਨਾ ਰਾਸ਼ਨ ਦਾ ਉੱਥੇ। ਇਸ ਕਰਕੇ ਇਹਨੂੰ ਯਕੀਨੀ ਬਣਾਓ ਵੀ ਲੋਕਾਂ ਨੂੰ ਦੱਸਿਆ ਜਾਵੇ ਬਕਾਇਆ ਤੌਰ ਤੇ ਭਾਈ ਉੱਥੇ ਇਹ ਚੀਜ਼ ਅੰਦਰ ਨਹੀਂ ਜਾਂਦੀ। ਲਿਖ ਕੇ ਤੁਸੀਂ ਛੋਟਾ ਜਿਹਾ ਲਾ ਦਿੱਤਾ, ਉਹ ਕੋਈ ਪੜ੍ਹਦਾ ਕੋਈ ਨਹੀਂ ਪੜ੍ਹਦਾ। ਹੁਣ ਉਹ ਬੀਬੀ ਨੂੰ ਥਾਣੇ ਫੜਾਤਾ, ਥਾਣੇ ਛੱਡਤਾ, ਅਖਬਾਰਾਂ ਛਪੀਆਂ। ਅਖਬਾਰਾਂ ਛਪਣ ਤੋਂ ਬਾਅਦ ਜਦੋਂ ਐਸਜੀਪੀਸੀ ਨੂੰ ਕਿਹਾ ਕੋਈ ਕਾਰਵਾਈ ਕਹਿੰਦੇ ਅਸੀਂ ਪੁਲਿਸ ਨੂੰ ਦਿੱਤਾ ਸੀ। ਪੁਲਿਸ ਕਹਿੰਦੀ ਆ ਵੀ ਇਹਨਾਂ ਵੱਲੋਂ ਕੋਈ ਦਰਖਾਸਤ ਕੋਈ ਨਹੀਂ ਆਈ ਐਸਜੀਪੀਸੀ ਵੱਲੋਂ ਦਰਬਾਰ ਸਾਹਿਬ ਵੱਲੋਂ। ਚਾਹੀਦਾ ਸੀ ਵੀ ਉਹਦੀ ਮਾਰ ਕਟਾਈ ਕਰਨ ਦੇ ਬਜਾਏ ਉਹਨੂੰ ਸਮਝਾਇਆ ਜਾਂਦਾ ਬੀਬੀ ਸਾਡੀ ਮਰਿਆਦਾ ਹੈਗੀ ਹੈ, ਤੇ ਕਿਸੇ ਪ੍ਰਕਾਰ ਦਾ ਨਸ਼ਾ ਕਰਨ ਦੀ ਮਨਾਹੀ ਹੈਗੀ। ਮੈਂ ਆਪਣੀ ਗੱਲ ਕਰਨਾ, ਅੱਜ ਤੋਂ 15-20 ਸਾਲ ਦੀ ਪਹਿਲਾਂ ਦੀ ਗੱਲ ਆ, ਜਦੋਂ ਸਵੇਰੇ ਪਰਿਕਰਮਾ ਦੀ ਢਾਈ ਦੇ ਸੇਵਾ ਕਰ ਰਹੇ ਸੀਗੇ ਤੇ ਇੱਕ ਜਿਹੜਾ ਅੰਗਰੇਜ਼ ਸੀਗਾ ਉਹ ਪੌੜ ਤੇ ਬੈਠਾ ਤੇ ਸਿਗਰਟ ਪੀਣ ਡਿਆ। ਉਹਨੂੰ ਮੈਂ ਵੇਖਿਆ, ਉਹਨੂੰ ਮੈਂ ਸਮਝਾਇਆ, ਉਹਨੂੰ ਬਾਹਰ ਲੈ ਕੇ ਕਿਹਾ, ਮੈਂ ਕਿਹਾ ਵੀ ਇੱਥੇ ਇਹ ਗੱਲ ਬਣੀ ਤੇ ਤੁਹਾਡੇ ਕੋਲ ਹੈਗਾ, ਤੁਸੀਂ ਅੰਦਰ ਜਾਣਾ ਵਾ, ਆਪਣਾ ਬੁਰਸ਼ ਕਰਕੇ ਆਓ, ਬਕਾਇਦਾ ਤੌਰ ਤੇ ਇਹਨੂੰ ਆਪਣੇ ਹੋਟਲ 'ਚ ਰੱਖ ਕੇ ਆਓ, ਤੁਸੀਂ ਬੀੜੀ ਸਿਗਰਟ ਅੰਦਰ ਨਹੀਂ ਜਾ ਸਕਦੇ ਜੀ। ਉਹਨੂੰ ਜੇ ਸਮਝਾਓ ਥੈਂਕਸ ਤੇ ਚਲਾ ਗਿਆ, ਮੇਰਾ ਕੁੱਟਮਾਰ ਕੀਤਾ ਕੀ ਅਸਰ ਹੋਊਗਾ? ਫਿਰ ਤੁਸੀਂ ਵੀਡੀਓ ਆਪ ਪਾਉਂਦੇ ਜੇ ਸੋਸ਼ਲ ਮੀਡੀਆ ਦੇ ਉੱਤੇ, ਤੁਹਾਡੇ ਬਾਰੇ ਕੀ ਸੋਚਣਗੇ ਲੋਕੀ ਵੀ ਇਹ ਕੁਝ ਤੁਸੀਂ ਕਰਦੇ ਹੋ ਉੱਥੇ ਸ਼ਰਧਾਲੂਆਂ ਨਾਲ। ਇਸ ਕਰਕੇ ਹੁਣ ਇਹਦੇ ਵਿੱਚ ਜਿਹੜੇ ਦੋਸ਼ੀ ਠਹਿਰਾਏ ਜਾ ਸਕਦੇ, ਉਹ ਦੋ, ਇੱਕ ਮੀਤ ਮੈਨੇਜਰ ਤੇ ਇੱਕ ਮੈਨੇਜਰ ਨੂੰ ਕਿਹਾ ਜਾਂਦਾ ਖਿਲਾਫ ਕਾਰਵਾਈ ਕੀਤੀ ਜਾਵੇ। ਤੇ ਜਨਰਲ ਸੈਕਟਰੀ ਜੀ ਸ਼੍ਰੋਮਣੀ ਕਮੇਟੀ 'ਚ ਦੂਸਰੇ ਨੰਬਰ ਦਾ ਵੱਡਾ ਅਹੁਦਾ ਜਨਰਲ ਸੈਕਟਰੀ ਦਾ, ਉਹਦੇ ਕੋਲ ਇਹ ਪਾਵਰ ਨਹੀਂ ਹੈਗੀ ਵੀ ਉਹ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕਰ ਸਕੇ, ਇਹਨਾਂ ਨੂੰ ਕੋਈ ਇਹਨਾਂ ਦੇ ਖਿਲਾਫ ਬਦਲਾ ਸਕੇ। ਉੱਥੋਂ ਉਹ ਪ੍ਰਧਾਨ ਨੂੰ ਚਿੱਠੀ ਲਿਖਦਾ, ਨਾਲ ਸਭਾ 'ਚ ਬਿਆਨ ਦਿੰਦਾ ਵਾ ਜੀ। ਇਸ ਕਰਕੇ ਉੱਥੋਂ ਦਾ ਢਾਂਚਾ ਬੜਾ ਵਿਗੜਿਆ ਪਿਆ ਵਾ।
ਇਹੋ ਜਿਹੀਆਂ ਘਟਨਾਵਾਂ ਉੱਥੇ ਵਾਪਰੀਆਂ ਅੰਜੂ ਜੀ, ਜਿਹੜੀਆਂ ਤੁਹਾਨੂੰ ਦੱਸ ਹੀ ਨਹੀਂ ਸਕਦੇ, ਜਿਹੜੀਆਂ ਮਾੜੀਆਂ ਘਟਨਾਵਾਂ ਵਾਪਰਦੀਆਂ, ਪਰ ਇਹ ਸੁੱਤੇ ਪਏ ਨੇ ਉੱਥੇ, ਪਤਾ ਨਹੀਂ ਕੀ ਗੱਲ ਹੈ। जी जी भट्टी साहब जी, कॉलर्स कॉल कर रहे हैं, ਅਸੀਂ ਕੁਐਸਚਨਸ ਲਾਗੇ ਆਨ ਦੀ 에ਅਰ, और देखते हैं ਕੀ ਕਹਿ ਰਹੇ ਨੇ। 1 ਮਿੰਟ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ, ਤੁਸੀਂ 에ਅਰ ਤੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੱਟੀ ਸਾਹਿਬ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੱਟੀ ਸਾਹਿਬ, ਮੈਂ ਨਾ ਅੱਜ ਨਿਊਜ਼ ਦੇਖਦਾ ਸੀਗਾ, ਜਿਹੜਾ ਆਪਣੇ ਕਬੱਡੀ ਵਾਲੇ ਮੁੰਡਿਆਂ ਨੇ ਧਰਨਾ ਲਾਇਆ ਸੀ ਅੱਜ ਤਰਨਤਾਰਨ ਸਾਹਿਬ। ਹਾਂਜੀ 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 ਜੀ। ਤੇ ਉਹ ਮੈਂ ਡੀਐਸਪੀ ਦੀ ਨਾ ਸੁਣ ਕੇ ਬਿਆਨ, ਤੇ ਮੈਂ ਬੜਾ ਥੋੜਾ ਹੱਸਿਆ ਵੀ, ਤੇ ਮੈਂ ਉੱਥੇ ਸੋਚਿਆ ਵੀ ਯਾਰ ਕਿੱਦਾਂ ਦਾ ਬਿਆਨ ਦਿਆ। ਉਹ ਡੀਐਸਪੀ ਸਾਹਿਬ ਕਹਿ ਰਿਹਾ ਜੀ, ਲੋਕਾਂ ਨੇ ਉੱਥੇ ਸਾਥ ਨਹੀਂ ਦਿੱਤਾ, ਜਿੰਨੀ ਦੁਨੀਆ ਸੀ, ਦੁਨੀਆ ਨੂੰ ਉਹ ਮੁੰਡਿਆਂ ਨੂੰ ਫੜ ਲੈਣਾ ਚਾਹੀਦਾ ਹੈਗਾ। ਦੱਸੋ, 4 ਮੁੰਡੇ ਆ, ਹਥਿਆਰ ਬੰਦ ਆ, ਉਹ ਅੰਨ੍ਹੇਵਾਹ ਉੱਥੇ ਗੋਲੀ ਚਲਾਉਣ ਡੇ ਆ। ਤੁਸੀਂ ਕਹਿ ਰਹੇ ਹੋ ਵੀ ਲੋਕਾਂ ਨੂੰ, ਪਬਲਿਕ ਨੂੰ, ਕਿ ਤੁਹਾਨੂੰ ਇਹ ਫੜ ਲੈਣਾ ਚਾਹੀਦਾ ਸੀ ਮੁੰਡਿਆਂ ਨੂੰ। ਇਹ ਕਿੱਦਾਂ ਦਾ ਬਿਆਨ ਇੱਕ ਸੀਨੀਅਰ ਆਫੀਸਰ ਹੋ ਕੇ ਇਦਾਂ ਦਾ ਬਿਆਨ ਦੇ ਰਿਹਾ? ਅੱਜ 5 ਦਿਨ ਹੋ ਗਿਆ ਵੀ ਇਹਨਾਂ ਕੋਲ ਇੱਕ ਬੰਦਾ ਵੀ ਫੜਿਆ ਨਹੀਂ ਗਿਆ। ਇਹ ਕਿੱਦਾਂ ਦਾ ਬਿਆਨ? ਮੈਂ ਕਹੂੰਗਾ ਜੀ, ਜਿਹੜੀ ਗੱਲ ਤੁਸੀਂ ਕਹੀ ਹੈ ਨਾ, ਭੈਣ ਜੀ ਮੇਰਾ ਫੋਨ ਨਾ ਕੱਟਿਓ, ਮੈਂ ਐਪ ਤੇ ਸੁਣਦਾ ਸੀਗਾ, ਮੈਂ ਫੋਨ ਤੇ ਹੀ ਸੁਣ ਲੈਣਾ। ਠੀਕ ਹੈ ਜੀ, ਓਕੇ ਜੀ। ਮੈਂ ਤੁਹਾਨੂੰ ਦੱਸਦਾ ਜੀ, ਬਕਾਇਦਾ ਤੌਰ ਤੇ ਇਹਨਾਂ ਨੂੰ ਚੱਪਣੀ 'ਚ ਨੱਕ ਡੋ ਕੇ ਮਰਨਾ ਚਾਹੀਦਾ। ਹਾਂਜੀ, ਏਡਾ ਵੱਡਾ ਟੂਰਨਾਮੈਂਟ ਹੋਵੇ, ਤੁਹਾਨੂੰ ਤੁਹਾਡੀ ਸੀਆਈਡੀ ਨੇ ਦੱਸਿਆ ਨਹੀਂ ਕਿਤੇ ਟੂਰਨਾਮੈਂਟ ਹੋ ਰਿਹਾ, ਹਾਂਜੀ, ਜਿੱਥੇ ਤੁਸੀਂ 2 ਸਿਪਾਹੀ ਨਹੀਂ ਲਾ ਸਕੇ ਉੱਥੇ। ਜੇ ਤੁਹਾਡੇ 2 ਸਿਪਾਹੀ ਲਾਏ ਹੁੰਦੇ ਤੇ ਸਭ ਤੋਂ ਪਹਿਲਾਂ ਉਹਨਾਂ ਅੱਗੇ ਲੱਗੇ ਭੱਜਣਾ ਸੀ ਗੋਲੀ ਚੱਲਦੀ ਵੇਖ ਕੇ। ਪੱਕੀ ਗੱਲ ਆ, ਪੱਕੀ। ਜਦੋਂ ਗੋਲੀ ਚੱਲਦੀ ਹੈ, ਹਥਿਆਰ ਚੱਲਦਾ ਵਾ, ਕੌਣ ਫਿਰ ਖਲੋਂਦਾ? ਕੋਈ ਨਹੀਂ ਖਲੋਂਦਾ। ਨਾ ਜੀ, ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇਣ ਲੱਗਾ ਇਹਨਾਂ ਦੀ। ਜਦੋਂ ਬਕਾਇਦਾ ਤੌਰ ਤੇ ਨੇਪਾਲ ਤੋਂ ਉਹਦਾ ਜਹਾਜ਼ ਅਗਵਾ ਕੀਤਾ ਗਿਆ ਸੀਗਾ, ਸਾਡਾ ਇੱਕ ਇੰਜੀਨੀਅਰ ਲਾਈਨ ਦਾ, ਤੇ ਕੰਧਾਰ ਲੈ ਗਏ ਸੀ। ਪਹਿਲਾਂ ਪਾਕਿਸਤਾਨ ਖੜਿਆ, ਫਿਰ ਦੁਬਈ ਖੜਿਆ, ਫਿਰ ਕੰਧਾਰ ਲੈ ਕੇ ਗਿਆ। ਉਹ ਜਦੋਂ ਅੰਮ੍ਰਿਤਸਰ ਏਅਰਪੋਰਟ ਤੇ ਤਾਰਿਆ, ਉਹਨਾਂ ਨੇ ਜਹਾਜ਼ ਤਾਰਿਆ, ਫਿਰ ਉਡਾ ਕੇ ਲੈ ਕੇ ਗਏ। ਬੰਗਾਲ ਸੀ ਬੜੀ ਤਸੜੀ ਤਕੜੀ। ਸਾਡਾ ਡੀਜੀਪੀ ਪੰਜਾਬ ਦਾ ਕੇਪੀ ਇਸ ਗੱਲੇ ਕਹਿ ਰਿਹਾ ਵੀ ਤੁਸੀਂ ਰੋਕਾਂ ਅੱਗੇ ਲਾ ਕੇ ਤੇ ਜਹਾਜ਼ ਨੂੰ ਰੋਕਣਾ ਸੀ। ਜਿਹੜਾ ਸੀਬੀ ਤੇ ਡੀਜੀ ਸੀ, ਉਹ ਕਹਿੰਦਾ ਨਹੀਂ, ਮੌਕੇ ਤੇ ਜੋ ਤੁਸੀਂ ਫੈਸਲਾ ਲਿਆ ਬਿਲਕੁਲ ਦਰੁਸਤ ਲਿਆ। ਜੇ ਕਿਤੇ ਤੁਸੀਂ ਰੋਕਦੇ, ਉਹ ਜਹਾਜ਼ ਨੂੰ ਉਡਾ ਜਾਂਦੇ ਤੇ 450 ਪੈਸੇਂਜਰ ਸਵਾਰ ਸੀ, ਸਾਰੇ ਮਾਰੇ ਜਾਂਦੇ ਜੀ। ਇਸ ਕਰਕੇ ਇਹ ਕਿਤੇ ਮੇਰੀ ਕੇਪੀ ਇਸ ਗੱਲ ਦਾ ਚੇਲਾ ਲੱਗਦਾ, ਕਿਤੇ ਲੱਗਦਾ ਜਿਹੜਾ ਇਹੋ ਜਿਹੀ ਗੱਲਾਂ ਕਰਦਾ ਵਾ। ਉੱਥੇ ਤੇ ਭਾਜੀ ਤੋਂ ਗੋਲੀ ਚੱਲਦੀ ਸੀ, ਮਾਵਾ ਪੁੱਤ ਨਹੀਂ ਸੰਭਾਲਦੇ। ਤੁਸੀਂ ਵੀ ਨਹੀਂ, ਲੋਕੀ ਭੱਜੇ ਨੇ ਡਿੱਗੇ ਕਿਵੇਂ ਉੱਥੇ। ਫਿਰ ਵੀ ਵੇਖ ਲਓ, ਡਿਊਟੀ ਇਹਨਾਂ ਦੀ, ਗੋਲੀ ਲਾ ਜੋੜੀ ਇਹਨਾਂ ਦੀ, ਨਲਾਇਕੀ ਇਹਨਾਂ ਦੀ, ਸੁਣਦੇ ਲੋਕਾਂ ਦੇ। ਤੇ ਭੱਟੀ ਸਾਹਿਬ, ਕੋਈ ਤੁਹਾਡੇ ਕੋਲ ਆਈ ਹੈ ਕੋਈ ਇਨਫੋਰਮੇਸ਼ਨ, ਕੋਈ ਮਾੜਾ ਮੋਟਾ ਇਹਨਾਂ ਨੂੰ ਕੋਈ ਮਾੜੀ ਮੋਟੀ ਹਿਲਜੁਲ ਕੀਤੀ ਹੈ, ਕੋਈ ਮਾੜਾ ਮੋਟਾ ਬੰਦਾ ਫੜਿਆ ਕੋਈ, ਕਿ ਨਹੀਂ ਹਾਲੇ ਤੱਕ? ਵੇਖੋ ਜੀ, ਕੱਲ ਜਿਹੜੀ ਮੇਰੇ ਕੋਲ ਖਬਰ ਆਈ ਸੀ ਵੀ ਦਵਿੰਦਰ ਬੱਬੀਆ ਗਰੁੱਪ ਦੀ ਜ਼ਿੰਮੇਵਾਰੀ ਫਿਰ ਲੈ ਲਈ ਹੈ। ਲੇਕਿਨ ਇਹ ਸਿਰਫ ਜਿਹੜੀਆਂ ਇਹ ਸੋਸ਼ਲ ਮੀਡੀਆ ਤੇ ਆ ਰਹੀਆਂ ਵਾ, ਉਹ ਆਪਣੇ ਸੋਸ਼ਲ ਮੀਡੀਆ ਤੇ ਪਾ ਰਹੇ, ਸੱਚਾਈ ਵੀ ਲੱਗਦੀ ਨਹੀਂ। ਪਹਿਲਾਂ ਲਾਰਾ ਸਾਹਿਬ ਸ਼ਗੋਈ ਨੇ ਲਈ ਸੀ ਜ਼ਿੰਮੇਵਾਰੀ, ਮੁੜ ਕੇ ਉਹਨਾਂ ਦੇ ਅਨਮੋਲ ਜਸੋਈ ਨੇ ਕਹਿਤਾ ਵੀ ਨਹੀਂ, ਸਾਡਾ ਇਹ ਕੰਮ ਨਹੀਂ ਹੈਗਾ, ਇਹ ਕੋਈ ਜਾਲੀ ਖਾਤਾ ਬਣਾਇਆ ਵਾ। ਜੱਗੂ ਭਗਵਾਨਪੁਰੀ ਜਿਹੜਾ ਗੈਂਗ ਆ, ਉਹਨਾਂ ਨੇ ਜੇਲ੍ਹ ਚੋਂ ਬਿਆਨ ਦਿੱਤਾ ਵੀ ਭਾਈ ਸਾਡੀ ਇਹਨਾਂ ਕੋਈ ਸੰਬੰਧ ਨਹੀਂ, ਸਾਡਾ ਭਰਾ ਸੀਗਾ ਉਹ। ਫਿਰ ਦਵਿੰਦਰ ਬੱਬੀਆ ਨੇ ਲੈ ਲਈ ਜ਼ਿੰਮੇਵਾਰੀ, ਲੈ ਲਈ। ਨਲਾਇਕੀ ਤੇ ਪੁਲਿਸ ਦੀ ਆਪਣੀ ਆ। ਤੁਹਾਡੇ ਕੋਲੇ ਕਿਤੇ ਗੱਡੀ ਗਈ ਆ, ਤੁਸੀਂ ਪਿੱਛਾ ਕਰੋ ਤਾਂ ਮਾੜਾ ਮੋਟਾ, ਕਿਤੇ ਜਾ ਕੇ ਜਿਹੜੇ ਰਸਤੇ ਉਧਰ ਵੇਖੋ ਵੀ ਕਿਤੇ ਕੋਈ ਸੀਸੀਟੀਵੀ ਕੈਮਰੇ ਲੱਗੇ ਹੋਣੇ ਕਿਤੇ ਨਾ ਕਿਤੇ। ਤੁਸੀਂ ਗੱਡੀ ਦਾ ਸੁੰਦਰ ਸਿੰਘ ਜਿਹੜਾ ਉੱਥੇ ਕਹਿੰਦਾ ਇੰਨੀ ਗੱਲ ਕਹਿ ਜਾਂਦਾ ਜੀ, ਵੇਖੋ ਜੀ ਕੋਸ਼ਿਸ਼ ਕਰ ਲੱਭ ਰਿਹਾ ਜੀ, ਲੱਭਣਾ ਕਦੋਂ ਜੀ? ਉਹ ਵੀ ਨਾ, ਪਰ ਜਿੱਦਾਂ ਉਹਨਾਂ ਨੇ ਬੋਡੀ ਰੱਖੀ ਆ ਵੀ ਅਸੀਂ ਸੰਸਕਾਰ ਨਹੀਂ ਕਰਨਾ ਉਹਨਾਂ ਟਾਈਮ ਤੱਕ, ਤੇ ਬੋਡੀ ਵੀ ਕਿੰਨੇ ਕੁ ਦਿਨ ਉਹ ਰੱਖ ਸਕਣਗੇ ਵਿਚਾਰੇ, ਹਨਾ ਵੀ ਪਰਿੰਦਰ ਵੱਲੋਂ। ਤੇ ਜਿਹੜਾ ਬੋਡੀ ਰੱਖਣ ਦੇ ਮੈਂ ਹੱਕ ਚ ਨਹੀਂ ਹੈਗਾ। ਤੇ ਵੇਖੋ ਜਿਹੜੀਆਂ ਸਾਡੀਆਂ ਪਰੰਪਰਾਵਾਂ ਜਿਹੜੀਆਂ ਉਹ ਪੂਰੀਆਂ ਕਰ ਦੇਣੀਆਂ ਚਾਹੀਦੀਆਂ, ਕਿਉਂਕਿ ਦਬਾਅ ਇੰਨਾ ਪਾਉਣਾ ਚਾਹੀਦਾ ਸਾਰੀਆਂ ਜਥੇਬੰਦੀਆਂ ਨੂੰ। ਹੁਣ ਵੇਖੋ ਨਾ, ਇੱਕ ਪ੍ਰੈਸ ਕਾਨਫਰੰਸ ਕਰਕੇ ਚੁੱਪ ਕਰਕੇ ਬਹਿ ਗਏ ਤੁਸੀਂ ਵੀ 7 ਦਿਨ ਦਾ ਅਸੀਂ ਟਾਈਮ ਦਿੰਦੇ, ਕਾਹ 7 ਦਾ ਟਾਈਮ ਦੇ ਸਾਰੇ ਜ਼ਿਲ੍ਹੇ 'ਚ ਬਹਿ ਜਾਓ, ਇਹਨਾਂ ਦੇ ਅੱਗੇ ਆਪੇ ਲੱਭਣਗੇ ਬੰਦੇ। ਪੁਲਿਸ ਦਾ ਕੰਮ ਕੀ ਕਰਨ ਵਾਸਤੇ ਪੁਲਿਸ ਬਣਾਈ ਹੈ? ਭੱਟੀ ਸਾਹਿਬ, ਪੁਲਿਸ ਦੀ ਗਿਣਤੀ ਸੀ ਪੰਜਾਬ 'ਚ, ਕੋਈ ਚਿੜੀ ਨਹੀਂ ਚੁਗਦੀ ਸੀਗੀ। ਅੱਜ ਤੁਹਾਡੀ ਗਿਣਤੀ 80,000 ਹੈਗੀ ਤੇ ਪੰਜਾਬ ਦੀ ਗੈਂਗਵਾਰ ਹੋ ਰਹੀ ਹੈ। ਭੱਟੀ ਸਾਹਿਬ, ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਆ ਉਹ ਬੰਦੇ ਅੰਦਰ ਨੇ ਕਿ ਜਾਂ ਬਾਹਰ ਨੇ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਆ? ਨਹੀਂ, ਉਹ ਦਵਿੰਦਰ ਜੀ ਬਾਹਰ ਨੇ ਜੀ। ਅੱਛਾ, ਬਾਹਰ ਹੀ ਆ ਬੰਦੇ, ਤੇ ਬਾਹਰੋਂ ਜ਼ਿੰਮੇਵਾਰੀਆਂ ਨੇ। ਜੀ, ਥੈਂਕ ਯੂ। ਨੈਕਸਟ ਸੁਣਾਂਗੇ। ਥੈਂਕ ਯੂ ਜੀ। ਜੀ ਕੁਝ ਬੰਦੇ ਅੰਦਰ ਵੀ ਹੁੰਦੇ, ਬਾਹਰ ਵੀ ਹੁੰਦੇ, ਗਰੁੱਪ ਦੇ ਤੌਰ ਤੇ ਜ਼ਿੰਮੇਵਾਰੀ ਦਿੰਦੀ, ਉਹ ਨਾ ਕਿਸੇ ਨਹੀਂ, ਬੜੇ ਗਰੁੱਪ ਲੈਂਦੇ ਜ਼ਿੰਮੇਵਾਰੀ। ਜੀ।
ਔਰ ਪੱਟੀ ਸਾਹਿਬ ਜੀ, ਜਥੇਦਾਰ ਅਕਾਲ ਤਖਤ ਵੱਲੋਂ ਸੰਗਤਾਂ ਲਈ ਬਦਤਮੀਜ਼ ਸ਼ਬਦ ਦਾ ਪ੍ਰਯੋਗ ਹੋਇਆ, ਉਸ ਲਈ ਵੀ ਇਹ ਵੀ ਕਾਫੀ ਚਰਚਾ ਦੇ ਵਿੱਚ ਹੈ। ਕੀ ਖਬਰ ਹੈ ਜੀ? ਦੇਖੋ, ਜਥੇਦਾਰ ਅਕਾਲ ਤਖਤ ਦੀ ਤੁਸੀਂ ਸਪੋਰਟ ਕਰਨੀ, ਅਕਾਲੀ ਦਲ ਦੀ ਜੀਤ ਕੇ ਕਰੋ, ਤੁਸੀਂ ਇੱਕ ਧਿਰ ਦੇ ਜਥੇਦਾਰ ਬਣ ਗਏ ਜੀ। ਜਦੋਂ ਉਹਨਾਂ ਕਿਹਾ ਜੀ ਅੱਜ ਅਕਾਲੀ ਦਲ ਸੰਕਟ ਚ ਆ, ਤੇ ਉਹਦੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਾਂਗਰਸੀ ਆ ਉਹਨਾਂ ਨੇ ਟਿੱਪਣੀ ਕੀਤੀ, ਭਾਈ ਰਣਜੀਤ ਸਿੰਘ ਨੇ ਕੀਤੀ, ਤੇ ਇਹਨਾਂ ਕਿਹਾ ਜੀ ਸੰਗਤ ਬਦਤਮੀਜ਼ ਹੋ ਗਈ। ਜਥੇਦਾਰ ਨੂੰ ਅਧਿਕਾਰ ਨਹੀਂ ਕੋਈ ਸੰਗਤ ਨੂੰ ਬਦਤਮੀਜ਼ ਕਵੇ। ਗੁਰੂ ਨੇ ਇੰਨੀ ਗੱਲ ਕਹੀ ਸੀ ਵੀ ਗੁਰੂ 20 ਵਿਸਵੇ ਦੇ ਸੰਗਤ 21 ਵਿਸਵੇ, ਇਹ ਕੌਣ ਇੰਨੀ ਗੱਲ ਕਹਿਣ ਵਾਲਾ ਜੀ? ਉਹਨੇ ਕਹੀ ਹੈ। ਤੇ ਪਹਿਲਾਂ ਤੇ ਗੁਰਦੇਵ ਸਿੰਘ ਸਾਡੇ ਇੱਥੇ ਘੁਆੜਕਾ ਹੈਗੇ ਤੇ ਰਾਗੀ, ਉਹਨਾਂ ਦਾ ਬਿਆਨ ਸੀਗਾ। ਤੇ ਉਸ ਤੋਂ ਬਾਅਦ ਕੱਲ ਬਕਾਇਦਾ ਤੌਰ ਤੇ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਿਹੜੇ ਆ, ਉਹਨਾਂ ਦੀ ਇੱਕ ਜਥੇਬੰਦੀ ਬਣੀ ਆ, ਉਹਦੇ ਪ੍ਰਧਾਨ ਜਿਹੜੇ ਰਾਗੀ ਓਂਕਾਰ ਸਿੰਘ ਹੋ ਰਹੀ ਹੈ ਜੀ, ਉਹਨਾਂ ਦੀ ਅਗਵਾਈ ਹੇਠ ਬਕਾਇਦਾ ਤੌਰ ਤੇ ਇੱਕ ਡੈਪੂਟੇਸ਼ਨ ਗਿਆ ਜਥੇਦਾਰ ਕੋਲੇ ਜਾ ਕੇ ਮੰਗ ਪੱਤਰ ਦੇ ਕੇ ਆਇਆ ਕਿ ਜਿਹੜੀ ਗੱਲ ਤੁਸੀਂ ਬਦਤਮੀਜ਼ ਸ਼ਬਦ ਦੀ ਵਰਤੋਂ ਕੀਤੀ ਆ ਉਹ ਬਹੁਤ ਗਲਤ ਕੀਤੀ ਆ, ਉੱਤੇ ਵਿਚਾਰ ਕੀਤਾ ਜਾਵੇ। ਸਿੱਧਾ ਕਿਉਂ ਨਹੀਂ ਕਹਿੰਦੇ ਕਿ ਮਾਫੀ ਮੰਗੀ ਜਾਵੇ? ਸਿੱਧਾ ਕਹੋ, ਤੁਸੀਂ ਵਿਚਾਰ ਕਦੀ ਕਰਨੀ ਹੈ। ਹੁਣ 4 ਸਵੇਰੇ ਜਥੇਦਾਰ ਤੇ ਪੈ ਰਿਹਾ ਵੀ ਤੂੰ ਜੋ ਕੀਤਾ ਠੀਕ ਕੀਤਾ, ਲੇਕਿਨ ਬਦਤਮੀਜ਼ ਲਵੇ ਤੂੰ ਕਿਉਂ ਸੰਗਤਾਂ ਵਾਸਤੇ ਵਰਤਿਆ। ਹੁਣ ਜਥੇਦਾਰ ਸਾਹਿਬ ਅੱਗੇ ਆਪਣਾ ਜਵਾਬ ਕੀ ਦਿੰਦੇ ਆ ਕਿ ਉਹ ਇੰਨੇ ਕਿ ਚਾਲੂ ਮੀਡੀਆ ਤੋਂ ਹੈਗੇ ਆ, ਉਹ ਆਪਣੇ ਘਰ ਦੇ ਵਿੱਚ ਬਹਿ ਕੇ ਤੇ ਆਪ ਵੀਡੀਓ ਬਣਾਉਂਦੇ ਆ, ਉਹ ਪਾ ਦਿੰਦੇ, ਕਿਸੇ ਵੀਡੀਓ ਵਾਲੇ ਵੀ ਨਹੀਂ ਬਣਾਉਂਦੇ ਜੀ ਜੀ, ਕਿਸੇ ਪ੍ਰੈਸ ਵਾਲੇ ਨਹੀਂ ਬਣਾਉਂਦੇ। ਜੇ ਪ੍ਰੈਸ ਵਾਲੇ ਜਾਂਦੇ ਆ ਤਾਂ ਦੂਜੇ ਪਾਸੇ ਨਿਕਲ ਜਾਂਦੇ ਆ, ਜੇ ਪੁੱਛਣ ਤੇ ਜਵਾਬ ਕੋਈ ਨਹੀਂ ਦੇਣਾ। ਮੈਂ ਤੇ ਵੇਖਿਆ ਆਪਣੀ ਸਮਾਜ ਹੁੰਦਾ, ਮੈਂ ਆਇਆ ਲਾਈਨ ਦੇ ਵਿੱਚ ਹੁੰਦਾ ਪਹਿਲੀ ਵਾਰੀ ਜਥੇਦਾਰ ਵੇਖਿਆ ਪੈਂਦਾ ਮੀਡੀਆ ਤੋਂ ਡਰਦਾ ਹੋਵੇ ਜੀ। ਨਹੀਂ, ਸਾਰੇ ਜਥੇਦਾਰ ਪ੍ਰੈਸ ਕਾਨਫਰੰਸ ਵੀ ਕਰਦੇ ਸੀ, ਪ੍ਰੈਸ ਦੀ ਗੱਲ ਵੀ ਸੁਣਦੇ ਸੀ, ਫੋਨ ਵੀ ਚੁੱਕਦੇ ਸੀ। ਇਸ ਭੱਦਰਪੁਰ ਸੇ ਨਾ ਫੋਨ ਚੁੱਕਣਾ ਵਾ ਕਾਹਦਾ ਜਥੇਦਾਰ? ਅੰਜੂ ਜੀ, ਜਦੋਂ ਇਹ ਜਥੇਦਾਰ ਬਣਿਆ ਸੀ ਮੈਨੂੰ ਪਤਾ ਸੀ ਇਹਦੀ ਹਿਸਟਰੀ ਦਾ, ਤੇ ਮੈਂ ਥੋੜਾ ਲਿਖਿਆ ਸੀ ਬੇਬੀ ਜਥੇਦਾਰੀ ਤਾਜਪੁਰ ਸੀ, ਇੱਕ ਅਖਬਾਰ ਨੇ ਸੰਪਾਦਕੀ ਛਾਪੀ ਸੀ ਬਕਾਇਦਾ ਤੌਰ ਜੀ। ਇਸ ਕਰਕੇ ਜਿਹੜਾ ਵਾ ਉਹ ਜਿਹੜਾ ਬੇਬੀ ਉਹ ਫਿਰ ਕੰਮ ਬੇਬੀਆਂ ਵਾਲੇ ਕਰੂ ਨਾ, ਉਹ ਬੰਦੇ ਨਾਲ ਕਰ ਸਕਦਾ ਜੀ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਪੱਟੀ ਸਾਹਿਬ ਜੀ। ਸਮਾਂ ਸਮਾਪਤੀ ਵੱਲ ਹੈਗਾ ਔਰ ਕੱਲ ਅਸੀਂ ਫਿਰ ਤੋਂ ਤੁਹਾਡੇ ਨਾਲ ਠੀਕ ਇਸੇ ਵਕਤ ਇਸੇ ਅੰਦਾਜ਼ ਨਾਲ ਜੁੜਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਤੋਂ। ਸ਼ੁਕਰੀਆ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।